ਅੱਜ ਆਪਾਂ ਆਪਣੀ 9ਵੀਂ ਜਮਾਤ ਦੀ ਅੰਗਰੇਜ਼ੀ ਦਾ ਦੂਜਾ ਪਾਠ ਆ ਜਿਹੜਾ ਪਲਾਂਟਸ ਆਲਸੋ ਬਰੀਥ ਐਂਡ ਫੀਲ ਉਹ ਪੜਾਂਗੇ। ਹੁਣ ਟਾਈਟਲ ਦਾ ਕੀ ਮਤਲਬ ਹੋਇਆ? ਪਲਾਂਟਸ ਮਤਲਬ ਪੌਦੇ, ਬਰੀਥ ਮਤਲਬ ਸਾਹ ਲੈਣਾ, ਫੀਲ ਮਤਲਬ ਮਹਿਸੂਸ ਕਰਨਾ। ਕਹਿੰਦੇ ਜਿਹੜੇ ਪੌਦੇ ਨੇ ਉਹ ਵੀ ਸਾਹ ਲੈਂਦੇ ਨੇ ਤੇ ਮਹਿਸੂਸ ਕਰਦੇ ਨੇ, ਮਤਲਬ ਉਹਨਾਂ 'ਚ ਵੀ ਫੀਲਿੰਗ ਹੁੰਦੀ ਹੈ ਜਿਵੇਂ ਆਪਣੇ 'ਚ ਫੀਲਿੰਗ ਹੁੰਦੀ ਹੈ। ਆਪਾਂ ਕੁਝ ਮਹਿਸੂਸ ਕਰਦੇ ਹਾਂ, ਖੁਸ਼ੀ ਗਮੀ, ਉਹ ਸਾਰੀਆਂ ਪੌਦੇ ਵੀ ਮਹਿਸੂਸ ਕਰਦੇ ਆ। ਆਲ ਆਫ ਅਸ ਨੋ ਦੈਟ ਪਲਾਂਟਸ ਹੈਵ ਲਾਈਫ। ਕਹਿੰਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਪੌਦਿਆਂ 'ਚ ਜ਼ਿੰਦਗੀ ਹੁੰਦੀ ਹੈ, ਜੀਵਨ ਆ ਪੌਦਿਆਂ 'ਚ। ਬਟ ਹਾਊ ਮੈਨੀ ਆਫ ਅਸ ਨੋ ਦੈਟ ਦੇ ਹੈਵ ਹਰਟਸ, ਕੈਨ ਫੀਲ ਐਂਡ ਸੀ। ਪਰ ਕਹਿੰਦੇ ਸਾਡੇ 'ਚੋਂ ਇਹ ਕਿੰਨਿਆਂ ਨੂੰ ਪਤਾ ਹੈ ਵੀ ਉਹਨਾਂ ਦੇ ਦਿਲ ਵੀ ਹੁੰਦਾ, ਉਹ ਮਹਿਸੂਸ ਵੀ ਕਰ ਸਕਦੇ ਆ ਤੇ ਉਹ ਦੇਖ ਵੀ ਸਕਦੇ ਆ। ਦਿਸ ਐਕਸਟ੍ਰੈਕਟ ਟੈਲਸ ਅਸ ਸਮਥਿੰਗ ਅਬਾਊਟ ਦਾ ਸਾਇੰਟਿਸਟ ਹੂ ਮੇਡ ਦਿਸ ਡਰਾਮੈਟਿਕ ਡਿਸਕਵਰੀ। ਕਹਿੰਦੇ ਇਹ ਜਿਹੜਾ ਐਕਸਟ੍ਰੈਕਟ ਮਤਲਬ ਹੁੰਦਾ, ਜਦੋਂ ਅਸੀਂ ਕਿਸੇ ਵੱਡੀ ਲਿਖਤ 'ਚੋਂ ਇੱਕ ਛੋਟਾ ਜਿਹਾ ਟੋਟਾ ਕੱਢ ਲਈਏ ਉਹਨੂੰ ਆਪਾਂ ਐਕਸਟ੍ਰੈਕਟ ਕਹਿ ਦਿੰਦੇ ਹਾਂ। ਕਹਿੰਦੇ ਇਹ ਜਿਹੜਾ ਇੱਕ ਟੋਟਾ ਗਾ ਲਿਖਤ ਦਾ, ਉਹ ਕਹਿੰਦੇ ਤੁਹਾਨੂੰ ਉਸ ਵਿਗਿਆਨੀ ਬਾਰੇ ਕੁਝ ਦੱਸੂਗਾ ਜਿਸ ਨੇ ਇਹ ਐਡੀ ਵੱਡੀ ਖੋਜ ਕੀਤੀ ਸੀ ਵੀ ਪੌਦੇ ਆ ਜਿਹੜੇ ਉਹ ਮਹਿਸੂਸ ਵੀ ਕਰਦੇ ਆ, ਉਹ ਦੇਖ ਵੀ ਸਕਦੇ ਆ ਤੇ ਉਹਨਾਂ ਦੇ ਦਿਲ ਵੀ ਹੁੰਦਾ। ਇਟ ਵਾਜ਼ ਐਨ ਈਵੈਂਟ ਦੈਟ ਸਰਪ੍ਰਾਈਜ਼ ਦਾ ਸਾਇੰਟੀਫਿਕ ਵਰਲਡ। ਕਹਿੰਦੇ ਇਹ ਇੱਕ ਅਜਿਹਾ ਸਮਾਰੋਹ ਸੀ ਜਿਹਨੇ ਪੂਰੀ ਸਾਇੰਟੀਫਿਕ ਵਰਲਡ ਮਤਲਬ ਪੂਰੀ ਸਾਇੰਸ ਦੀ ਦੁਨੀਆ ਨੂੰ ਹੈਰਾਨ ਕਰਤਾ, ਹਿਲਾ ਕੇ ਰੱਖਤਾ। ਇਟ ਵਾਜ਼ ਐਨ ਅਨਡ੍ਰੀਮਡ ਆਫ ਥਿੰਗ। ਕਹਿੰਦੇ ਇਹ ਇੱਕ ਅਜਿਹੀ ਚੀਜ਼ ਸੀ ਜਿਹੜੀ ਕਦੇ ਕਿਸੇ ਨੇ ਸੁਪਨੇ 'ਚ ਵੀ ਨਹੀਂ ਸੋਚੀ ਹੋਣੀ। ਹੇਅਰ ਵਾਜ਼ ਅ ਮੈਨ who had built a unique instrument, an instrument that could measure the growth of plants। ਕਹਿੰਦੇ ਉਹ ਆ ਰਿਹਾ ਉਹ ਆਦਮੀ ਜਿਸ ਨੇ ਇੱਕ ਜੰਤਰ ਬਣਾਇਆ, ਇੱਕ ਅਜਿਹਾ ਜੰਤਰ ਜਿਹੜਾ ਕਿ ਪਲਾਂਟਸ ਦੇ ਵਿੱਚ, ਪੌਦਿਆਂ ਦੇ ਵਿੱਚ ਜਿਹੜਾ ਵਾਧਾ ਹੁੰਦਾ ਉਹਨੂੰ ਮਾਪ ਸਕੇ। Here was a man who had proved with his wonderful machine that plants have hearts and can feel। ਕਹਿੰਦੇ ਇਹ ਆ ਉਹ ਆਦਮੀ ਜਿਹਨੇ ਇਹ ਸਾਬਤ ਕਰਤਾ ਸੀ ਆਪਦੀ ਸ਼ਾਨਦਾਰ ਮਸ਼ੀਨ ਨਾਲ ਕਿ ਪੌਦਿਆਂ ਦੇ ਦਿਲ ਵੀ ਹੁੰਦਾ ਤੇ ਉਹ ਮਹਿਸੂਸ ਵੀ ਕਰਦੇ ਆ, ਮਤਲਬ ਉਹਨਾਂ 'ਚ ਭਾਵਨਾਵਾਂ ਵੀ ਹੁੰਦੀਆਂ। The machine showed that plants have sight and a sense which tells them that a stranger is approaching। ਉਹ ਮਸ਼ੀਨ ਨੇ ਇਹ ਦਿਖਾਤਾ ਸੀ ਕਿ ਪੌਦਿਆਂ ਦੇ ਵਿੱਚ ਨਿਗਾਹ ਵੀ ਹੁੰਦੀ ਹੈ, ਦ੍ਰਿਸ਼ਟੀ ਵੀ ਹੁੰਦੀ ਆ ਤੇ ਉਹਨਾਂ ਦੇ ਵਿੱਚ ਇੱਕ ਭਾਵਨਾ ਵੀ ਹੁੰਦੀ ਆ ਜਿਹੜੀ ਉਹਨਾਂ ਨੂੰ ਇਹ ਦੱਸ ਦਿੰਦੀ ਆ ਕਿ ਕੋਈ ਅਜਨਬੀ ਉਹਨਾਂ ਵੱਲ ਆ ਰਿਹਾ ਹੈ। ਯੂਅਰ ਇੰਸਟਰੂਮੈਂਟ ਇਜ਼ ਅ ਵੰਡਰਫੁਲ ਥਿੰਗ। ਤੁਹਾਡਾ ਜਿਹੜਾ ਇਹ ਯੰਤਰ ਆ ਉਹ ਬਹੁਤ ਸ਼ਾਨਦਾਰ ਚੀਜ਼ ਹੈ। ਸੈਡ ਦਾ ਗ੍ਰੇਟ ਮੈਨ ਹੂ ਹੈਡ ਕਮ ਟੂ ਦਾ ਪੈਰਿਸ ਕਾਂਗਰਸ ਆਫ ਸਾਇੰਸ 1900। ਇਹ ਸਾਰੇ ਮਹਾਨ ਲੋਕ ਉਹ ਯੰਤਰ ਬਣਾਉਣ ਵਾਲੇ ਆਦਮੀ ਨੂੰ ਕਹਿ ਰਹੇ ਸੀ। ਇਹ ਸਾਰੇ ਲੋਕ ਪੈਰਿਸ 'ਚ ਇਕੱਠੇ ਹੋਏ ਸੀਗੇ। ਇੱਥੇ ਕਾਂਗਰਸ ਤੋਂ ਮਤਲਬ ਕਾਂਗਰਸ ਵਾਲੀ ਸਰਕਾਰ ਨਹੀਂ ਹੈਗੀ, ਇੱਥੇ ਕਾਂਗਰਸ ਤੋਂ ਮਤਲਬ ਆ ਮੀਟਿੰਗ। ਸਾਲ 1900 'ਚ ਪੈਰਿਸ 'ਚ ਜਿੰਨੇ ਵੀ ਮਹਾਨ ਲੋਕ ਸੀਗੇ ਜਿਹੜੇ ਸਾਇੰਸ ਨਾਲ ਸੰਬੰਧਿਤ ਸੀਗੇ ਉਹ ਸਾਰੇ ਉੱਥੇ ਇਕੱਠੇ ਹੋਏ ਸੀ, ਸਾਰਿਆਂ ਦੀ ਮੀਟਿੰਗ ਚੱਲ ਰਹੀ ਸੀ। ਦੇ ਵਰ ਅਮੇਜ਼ਡ ਐਜ਼ ਦਾ ਇਨਵੈਂਟਰ ਸ਼ੋਡ ਦੈਮ ਹਾਊ ਟੂ ਯੂਜ਼ ਦਾ ਮਸ਼ੀਨ। ਕਹਿੰਦੇ ਜਦੋਂ ਹੀ ਖੋਜਕਰਤਾ ਨੇ, ਉਹ ਬੰਦੇ ਨੇ ਜਿਹੜੇ ਨੇ ਮਸ਼ੀਨ ਦੀ ਖੋਜ ਕੀਤੀ ਸੀ, ਜਦੋਂ ਉਹ ਉਹਨਾਂ ਨੂੰ ਮਸ਼ੀਨ ਦਿਖਾ ਰਿਹਾ ਸੀ ਵੀ ਇਹ ਕਿਵੇਂ ਕੰਮ ਕਰਦੀ ਆ ਤਾਂ ਉਹ ਬਹੁਤ ਜ਼ਿਆਦਾ ਹੈਰਾਨ ਹੋ ਰਹੇ ਸੀ। ਵਾਟ ਡੂ ਯੂ ਕਾਲ ਦਿਸ ਇੰਸਟਰੂਮੈਂਟ ਦੇ ਆਸਕਡ। ਕਹਿੰਦੇ ਤੂੰ ਇਹ ਯੰਤਰ ਨੂੰ ਕੀ ਕਹਿਣਾ, ਇਹ ਯੰਤਰ ਦਾ ਨਾਮ ਕੀ ਹੈ? ਉਹਨਾਂ ਨੇ ਪੁੱਛਿਆ। ਅ ਕ੍ਰੈਸਕੋਗ੍ਰਾਫ ਰਿਪਲਾਈਡ ਜਗਦੀਸ਼ ਚੰਦਰ ਬੋਸ। ਜਗਦੀਸ਼ ਚੰਦਰ ਬੋਸ ਨੇ ਕਿਹਾ ਕਿ ਇਹ ਯੰਤਰ ਦਾ ਨਾਮ ਹੈ ਕ੍ਰੈਸਕੋਗ੍ਰਾਫ। ਦ ਗ੍ਰੇਟ ਸਾਇੰਟਿਸਟ ਹੂ ਹੈਡ ਬਿਲਟ ਦਿਸ ਵੰਡਰਫੁਲ ਮਸ਼ੀਨ। ਕਹਿੰਦੇ ਉਹ ਬਹੁਤ ਮਹਾਨ ਵਿਗਿਆਨੀ ਸੀਗੇ ਜਿਨ੍ਹਾਂ ਨੇ ਇੱਕ ਸ਼ਾਨਦਾਰ ਮਸ਼ੀਨ ਬਣਾਈ ਸੀ। ਐਂਡ ਵੇਅਰ ਵਾਜ਼ ਇਟ ਮੇਡ ਦਾ ਸਾਇੰਟਿਸਟ ਆਸਕਡ। ਕਹਿੰਦੇ ਉਹ ਵਿਗਿਆਨੀਆਂ ਨੇ ਫਿਰ ਪੁੱਛਿਆ, ਕਹਿੰਦੇ ਇਹ ਮਸ਼ੀਨ ਕਿੱਥੇ ਬਣਾਈ ਸੀ? ਇਨ ਇੰਡੀਆ ਵਾਜ਼ ਦਾ ਆਨਸਰ। ਕਹਿੰਦੇ ਭਾਰਤ 'ਚ ਬਣਾਈ ਸੀ, ਇਹ ਉਹਨਾਂ ਦਾ ਉੱਤਰ ਸੀ। ਦਾ ਰਿਪਲਾਈ ਕਾਜ਼ਡ ਗ੍ਰੇਟਰ ਸਰਪ੍ਰਾਈਜ਼। ਕਹਿੰਦੇ ਹੁਣ ਪਹਿਲਾਂ ਤਾਂ ਉਹ ਮਸ਼ੀਨ ਤੋਂ ਹੀ ਬੜੇ ਹੈਰਾਨ ਸੀ, ਹੁਣ ਕਹਿੰਦੇ ਜਦੋਂ ਉਹਨਾਂ ਨੇ ਜਵਾਬ ਸੁਣਿਆ ਵੀ ਇਹ ਮਸ਼ੀਨ ਭਾਰਤ 'ਚ ਬਣਾਈ ਗਈ ਆ ਤਾਂ ਕਹਿੰਦੇ ਉਹ ਹੋਰ ਵੀ ਜ਼ਿਆਦਾ ਹੈਰਾਨ ਹੋ ਗਏ। ਇੰਡੀਆ ਇਨ ਦਾ 19th century was well known for its greatness in the fields of fine arts, literature and philosophy। 19ਵੀਂ ਸਦੀ 'ਚ
ਭਾਵੇਂ ਭਾਰਤ ਆਪਦੀ ਫਿਲਾਸਫੀ 'ਚ ਕੀਤੇ ਕੰਮ ਜਾਂ ਸਾਹਿਤ 'ਚ ਕੀਤੇ ਕੰਮਾਂ ਕਰਕੇ ਬਹੁਤ ਪ੍ਰਸਿੱਧ ਸੀਗਾ, ਪਰ ਕਹਿੰਦੇ ਵਟ ਇਨ ਦਾ ਫੀਲਡ ਆਫ ਸਾਇੰਸ ਇਟ ਹੈਡ ਨਾਟ ਪ੍ਰੋਗਰੈਸਡ ਮਚ। ਪਰ ਕਹਿੰਦੇ ਸਾਇੰਸ ਦੇ ਫੀਲਡ 'ਚ, ਸਾਇੰਸ ਦੇ ਖੇਤਰ 'ਚ ਉਹਨੇ ਬਹੁਤ ਤਰੱਕੀ ਨਹੀਂ ਕਰੀ ਸੀ। ਸਰ ਜਗਦੀਸ਼ ਚੰਦਰ ਬੋਸ with his invention made a name for himself and his country in the scientific world। ਕਹਿੰਦੇ ਸਰ ਜਗਦੀਸ਼ ਚੰਦਰ ਬੋਸ ਨੇ ਇਹ ਖੋਜ ਕਰਕੇ, ਇਹ ਜੰਤਰ ਬਣਾ ਕੇ ਆਪਣਾ ਤਾਂ ਨਾਮ ਕਰ ਹੀ ਲਿਆ ਪੂਰੀ ਦੁਨੀਆ 'ਚ, ਪਰ ਨਾਲ ਨਾਲ ਭਾਰਤ ਦਾ ਨਾਮ ਵੀ ਸਾਇੰਸ ਦੀ ਦੁਨੀਆ 'ਚ ਮਸ਼ਹੂਰ ਕਰਤਾ, ਨਾਮ ਬਣਾਤਾ। ਬੋਸ ਵਾਜ਼ ਬੋਰਨ ਇਨ 1858 ਇਨ ਅ ਵਿਲੇਜ ਇਨ ਬੰਗਾਲ। ਬੋਸ ਦਾ ਜਨਮ 1858 'ਚ ਹੋਇਆ ਸੀ ਬੰਗਾਲ ਦੇ ਇੱਕ ਪਿੰਡ 'ਚ। ਆਫਟਰ ਸਟੱਡਿੰਗ ਫਿਜ਼ਿਕਸ ਐਟ ਕੈਲਕਟਾ ਯੂਨੀਵਰਸਿਟੀ ਹੀ ਵੈਂਟ ਟੂ ਇੰਗਲੈਂਡ ਫॉर ਫਰਦਰ ਸਟੱਡੀਜ਼। ਕਹਿੰਦੇ ਕਲਕੱਤੇ ਯੂਨੀਵਰਸਿਟੀ 'ਚ ਉਹ ਫਿਜ਼ਿਕਸ ਦੀ ਪੜ੍ਹਾਈ ਕਰਨ ਤੋਂ ਬਾਅਦ ਇੰਗਲੈਂਡ ਚਲੇ ਗਏ ਅਗਲੇਰੀ ਪੜ੍ਹਾਈ ਕਰਨ ਲਈ। ਹੀ ਗ੍ਰੈਜੂਏਟਡ ਫਰੋਮ ਕੈਂਬਰਿਜ। ਕੈਂਬਰਿਜ ਉੱਥੋਂ ਦੀ ਬਾਹਰਲੀ ਯੂਨੀਵਰਸਿਟੀ ਦਾ ਨਾਮ ਹੈ, ਉੱਥੋਂ ਉਹਨਾਂ ਨੇ ਆਪਦੀ ਗ੍ਰੈਜੂਏਸ਼ਨ ਕੀਤੀ। ਦੈਨ ਰਿਟਰਨ ਟੂ ਇੰਡੀਆ ਐਂਡ ਵਾਜ਼ ਅਪੁਆਇੰਟਡ ਪ੍ਰੋਫੈਸਰ ਆਫ ਫਿਜ਼ਿਕਸ ਪ੍ਰੈਜ਼ੀਡੈਂਸੀ ਕਾਲਜ ਇਨ ਕੈਲਕਟਾ। ਕਹਿੰਦੇ ਜਦੋਂ ਉਹ ਪੜ੍ਹਾਈ ਕਰਕੇ ਉੱਥੋਂ ਵਾਪਸ ਆਏ ਭਾਰਤ 'ਚ ਤਾਂ ਉਹਨਾਂ ਨੂੰ ਫਿਜ਼ਿਕਸ ਦਾ ਪ੍ਰੋਫੈਸਰ ਲਗਾ ਦਿੱਤਾ ਗਿਆ ਕਲਕੱਤੇ ਵਾਲੇ ਕਾਲਜ 'ਚ। A 3-year struggle began between Bose and the government in which he was victorious। ਕਹਿੰਦੇ 3 ਸਾਲਾਂ ਦੀ ਬੋਸ ਤੇ ਸਰਕਾਰ ਦੇ ਵਿੱਚ ਇੱਕ ਲੜਾਈ ਚੱਲ ਪਈ, ਇੱਕ ਜੱਦੋ-ਜਹਿਦ ਚੱਲ ਪਈ, ਜਿਹਦੇ ਵਿੱਚ ਅਖੀਰ ਤੇ ਬੋਸ ਜਿੱਤਿਆ। An Indian in those days of British rule usually received 2/3 of the salary paid to a European professor। ਮਤਲਬ ਭਾਰਤ 'ਚੋਂ ਜੇ ਕੋਈ ਪ੍ਰੋਫੈਸਰ ਬਣਦਾ ਸੀ ਤਾਂ ਉਹਨੂੰ 2/3 ਹਿੱਸਾ ਹੀ ਤਨਖਾਹ ਮਿਲਦੀ ਸੀ, ਜਿੰਨੀ ਤਨਖਾਹ ਬਾਹਰੋਂ ਆਏ ਪ੍ਰੋਫੈਸਰ ਨੂੰ ਦਿੱਤੀ ਜਾਂਦੀ ਸੀ। ਯੂਰਪ ਤੋਂ ਆਏ ਪ੍ਰੋਫੈਸਰ ਨੂੰ ਜਿੰਨੀ ਤਨਖਾਹ ਮਿਲਦੀ ਸੀ ਉਦੋਂ 2/3 ਹਿੱਸਾ ਹੀ ਭਾਰਤ ਵਾਲੇ ਨੂੰ ਮਿਲਦੀ ਸੀ। ਮਤਲਬ ਜੇ ਇੱਕ ਪ੍ਰੋਫੈਸਰ ਬਾਹਰਲਾ ਗਾ ਉਹਨੂੰ 3 ਰੁਪਏ ਮਿਲਦੇ ਆ ਤਾਂ ਭਾਰਤ ਵਾਲੇ ਨੂੰ 2 ਰੁਪਏ ਹੀ ਮਿਲਣਗੇ। ਬੋਸ ਅਪੁਆਇੰਟਮੈਂਟ ਵਾਜ਼ ਅ ਟੈਂਪਰੇਰੀ ਵਨ, ਸੋ ਹੀ ਵਾਜ਼ ਗਿਵਨ ਓਨਲੀ ਹਾਫ ਦਾ ਰੇਟ ਆਫ ਫॉर ਅ ਯੂਰੋਪੀਅਨ। ਹੁਣ ਕਹਿੰਦੇ ਬੋਸ ਨੂੰ ਤਾਂ ਇੱਕ ਕੱਚੀ ਪੋਸਟ ਤੇ ਲਾਇਆ ਗਿਆ ਸੀ, ਇੱਕ ਉਹਦੀ ਕੱਚੀ ਅਸਾਮੀ ਤੇ ਕੱਚੀ ਨਿਯੁਕਤੀ ਸੀ ਉਹਦੀ, ਇਸ ਕਰਕੇ ਉਹਨੂੰ ਤਾਂ ਜਿੰਨੀ ਬਾਹਰਲੇ ਪ੍ਰੋਫੈਸਰ ਨੂੰ ਤਨਖਾਹ ਮਿਲਦੀ ਸੀ ਉਦੋਂ ਅੱਧੀ ਤਨਖਾਹ ਹੀ ਦਿੱਤੀ ਜਾਂਦੀ ਸੀ। ਬੋਸ ਵਾਜ਼ ਨਾਟ ਦਾ ਮੈਨ ਟੂ ਟੇਕ ਦਿਸ ਕੁਆਇਟਲੀ। ਤੇ ਬੋਸ ਅਜਿਹਾ ਆਦਮੀ ਨਹੀਂ ਸੀ ਕਿ ਇਸ ਗੱਲ ਨੂੰ ਉਹ ਚੁੱਪਚਾਪ ਸਹਿਣ ਕਰ ਲਵੇ। ਹੀ ਫੈਲਟ ਦੈਟ ਪੀਪਲ ਹੂ ਡਿਡ ਦਾ ਸੇਮ ਅਮਾਊਂਟ ਐਂਡ ਸੇਮ ਕਾਈਂਡ ਆਫ ਵਰਕ ਸ਼ੁੱਡ ਬੀ ਪੇਡ ਦਾ ਸੇਮ ਸੈਲਰੀ। ਉਹ ਸੋਚਦੇ ਸੀ, ਉਹਨਾਂ ਨੂੰ ਇਹ ਮਹਿਸੂਸ ਹੁੰਦਾ ਸੀ ਕਿ ਜਿਹੜੇ ਲੋਕ ਇੱਕੋ ਜਿਹਾ ਕੰਮ ਕਰਦੇ ਆ ਉਹਨਾਂ ਨੂੰ ਤਨਖਾਹ ਵੀ ਇੱਕੋ ਜਿਹੀ ਮਿਲਣੀ ਚਾਹੀਦੀ ਆ। ਵਟ ਐਵਰ ਰੇਸ ਔਰ ਨੇਸ਼ਨ ਦੇ ਬਿਲੋਂਗ ਟੂ, ਚਾਹੇ ਉਹਨਾਂ ਦੀ ਕੋਈ ਜਾਤ ਹੋਵੇ, ਚਾਹੇ ਉਹ ਕਿਸੇ ਮਰਜ਼ੀ ਦੇਸ਼ 'ਚੋਂ ਆਏ ਹੋਣ। ਹੁਣ ਜੇ ਕੋਈ ਪ੍ਰੋਫੈਸਰ ਇੰਡੀਆ ਦਾ ਗਾ ਤੇ ਬਾਹਰਲਾ ਗਾ, ਹੈਗੇ ਤਾਂ ਉਹ ਪ੍ਰੋਫੈਸਰ ਹੀ ਨੇ, ਦੋਨੇ ਜਾਣੇ ਇੱਕੋ ਜਿਹਾ ਕੰਮ ਕਰ ਰਹੇ ਨੇ, ਇੱਕੋ ਜਿਹੀ ਜਵਾਕਾਂ ਨੂੰ ਪੜ੍ਹਾ ਰਹੇ ਨੇ, ਤਾਂ ਉਹਨਾਂ ਨੂੰ ਇੱਕੋ ਜਿਹੀ ਤਨਖਾਹ ਮਿਲਣੀ ਚਾਹੀਦੀ ਆ। ਮਿਹਨਤ ਤਾਂ ਦੋਨਾਂ ਦੀ ਇੱਕੋ ਹੈ। It is worth remembering that discoveries do not come from the faithful followers and the yes men of science। ਕਹਿੰਦੇ ਇੱਥੇ ਇਹ ਗੱਲ ਯਾਦ ਰੱਖਣ ਯੋਗ ਆ ਕਿ ਜਿਹੜੀਆਂ ਖੋਜਾਂ ਨੇ, ਜਿਹੜੀਆਂ ਖੋਜਾਂ ਹੁੰਦੀਆਂ ਨੇ ਸਾਇੰਸ 'ਚ, ਉਹ ਕਦੇ ਫੇਥਫੁਲ ਫੋਲੋਅਰਸ ਨਹੀਂ ਕਰਦੇ। ਮਤਲਬ ਜਿਹੜੇ ਵਿਸ਼ਵਾਸ ਕਰਕੇ ਕੋਈ ਚੀਜ਼ ਨੂੰ ਮੰਨਦੇ ਰਹਿੰਦੇ ਨੇ ਉਹ ਕਦੇ ਵੀ ਸਾਇੰਸ 'ਚ ਖੋਜਾਂ ਨਹੀਂ ਕਰਦੇ ਹੁੰਦੇ। ਤੇ ਯੈਸ ਮੈਨ ਆਫ ਸਾਇੰਸ ਮਤਲਬ ਜਿਹੜੇ ਹਾਂ ਹਾਂ ਹੀ ਕਰਦੇ ਰਹਿੰਦੇ ਨੇ ਉਹ ਕਦੇ ਵੀ ਖੋਜਾਂ ਨਹੀਂ ਕਰਦੇ। ਦੇ ਕਮ ਫਰੋਮ ਦਾ ਡਾਊਟਰਸ ਐਂਡ ਦਾ ਰੀਬੈਲਸ। ਕਹਿੰਦੇ ਖੋਜਾਂ ਹਮੇਸ਼ਾ ਉਹ ਵਿਅਕਤੀ ਕਰਦਾ ਜਿਹੜਾ ਸ਼ੱਕ ਕਰਦਾ, ਚੀਜ਼ਾਂ ਨੂੰ ਸੋਚਦਾ ਵੀ ਇਹ ਚੀਜ਼ ਕਿਉਂ ਹੋ ਰਹੀ ਆ, ਚੀਜ਼ਾਂ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰਦਾ। ਖੋਜ ਉਹ ਬੰਦਾ ਨਹੀਂ ਕਰਦਾ ਜਿਹੜਾ ਹਾਂ ਕਹਿ ਕੇ ਕਿਸੇ ਚੀਜ਼ ਦੇ ਪਿੱਛੇ ਲੱਗੀ ਜਾਵੇ ਜਾਂ ਯੈਸ ਯੈਸ ਕਹਿੰਦਾ ਰਵੇ। ਖੋਜ ਹਮੇਸ਼ਾ ਉਹ ਬੰਦਾ ਕਰਦਾ ਜਿਹੜਾ ਚੀਜ਼ਾਂ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰੇ ਵੀ ਇਹ ਕਿਉਂ ਹੋ ਰਹੀ ਆ, ਵੀ ਜੇ ਐਂ ਹੁੰਦਾ ਤਾਂ ਇਹ ਕਿਉਂ ਆ, ਮੈਂ ਨਹੀਂ ਮੰਨਦਾ। ਐਂਡ ਦਾ ਰੈਬਲਸ, ਰੈਬਲਸ ਮਤਲਬ ਹੁੰਦਾ ਬਾਗੀ। ਬੋਸ ਵਾਜ਼ ਬਾਈ ਨੇਚਰ ਆ ਰੈਬਲ। ਹੁਣ ਬੋਸ ਸੀਗੇ ਜਿਹੜੇ, ਉਹ ਜਗਦੀਸ਼ ਚੰਦਰ ਬੋਸ, ਉਹ ਤਾਂ ਆਪਣੇ ਸੁਭਾਅ ਤੋਂ ਹੀ ਬਾਗੀ ਸੀਗੇ। ਹੀ ਰਿਫਿਊਜ਼ ਟੂ ਟੱਚ ਐਨੀ ਪਾਰਟ ਆਫ ਹਿਸ ਸੈਲਰੀ ਫॉर 3 years। ਕਹਿੰਦੇ 3 ਸਾਲਾਂ ਤੱਕ ਉਹਨੇ ਆਪਦੀ ਤਨਖਾਹ ਨੂੰ ਛੇੜਿਆ ਵੀ ਨਹੀਂ, ਆਪਦੀ ਤਨਖਾਹ ਮਤਲਬ ਵਰਤੀ ਨਹੀਂ। 3 ਸਾਲਾਂ ਦੀ ਉਹਨਾਂ ਦੀ ਤਨਖਾਹ ਐਂ ਦੀ ਐਂ ਪਈ ਰਹੀ। ਇਟ ਵਾਜ਼ ਅ ਕੁਐਸਚਨ ਆਫ ਹਿਸ ਸੈਲਫ ਰਿਸਪੈਕਟ ਐਂਡ ਹੀ ਵਾਜ਼ ਨਾਟ ਰੈਡੀ ਟੂ ਗਿਵ ਅਪ ਹਿਸ ਪ੍ਰਿੰਸੀਪਲਸ। ਕਹਿੰਦੇ ਇਹ ਗੱਲ ਉਹਨਾਂ ਦੇ ਸਵੈ ਸਤਿਕਾਰ ਤੇ, ਉਹਨਾਂ ਦੀ ਸੈਲਫ ਰਿਸਪੈਕਟ ਤੇ ਪ੍ਰਸ਼ਨ ਉਠਾਉਂਦੀ ਸੀ
ਤੇ ਉਹ ਇੰਨੀ ਆਸਾਨੀ ਦੇ ਨਾਲ ਆਪਣੇ ਅਸੂਲ ਛੱਡਣ ਵਾਲਿਆਂ ਚੋਂ ਨਹੀਂ ਸੀਗੇ, ਇਸ ਕਰਕੇ ਉਹਨਾਂ ਨੇ ਆਪਣੀ ਤਨਖਾਹ ਨਹੀਂ ਵਰਤੀ। ਇਨ ਦਾ ਐਂਡ ਵਿਕਟਰੀ ਵਾਜ਼ ਹਿਜ਼, ਤੇ ਕਹਿੰਦੇ ਅਖੀਰ ਤੇ ਉਹਨਾਂ ਦੀ ਜਿੱਤ ਵੀ ਹੋਈ ਤੇ ਫਿਰ ਜਾ ਕੇ ਬਰਾਬਰ ਤਨਖਾਹ ਮਿਲਣੀ ਸ਼ੁਰੂ ਹੋ ਗਈ। ਬੋਸ ਨਾਓ ਬਿਗੇਨ ਦਾ ਵਰਕ ਵਿਚ ਹੈਜ਼ ਮੇਡ ਹਿਮ ਫੇਮਸ ਆਲ ਓਵਰ ਦਾ ਵਰਲਡ। ਹੁਣ ਕਹਿੰਦੇ ਇਸ ਤੋਂ ਬਾਅਦ ਉਹਨਾਂ ਨੇ ਉਹ ਕੰਮ ਸ਼ੁਰੂ ਕੀਤਾ, ਉਹ ਕੰਮ ਕਰਨਾ ਸ਼ੁਰੂ ਕਰਤਾ ਜਿਸ ਨੇ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਕਰਤਾ। ਹੀ ਹੈਡ ਫਰੋਮ ਬॉयਹੁੱਡ ਬੀਨ ਇੰਟਰਸਟਡ ਇਨ ਐਨੀਮਲ ਐਂਡ ਪਲਾਂਟ ਲਾਈਫ। ਕਹਿੰਦੇ ਉਹ ਨਿੱਕੇ ਹੁੰਦਿਆਂ ਤੋਂ ਹੀ ਪੌਦਿਆਂ ਅਤੇ ਜੀਵ ਜੰਤੂਆਂ ਜਾਨਵਰਾਂ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਲੈਂਦੇ ਸੀ। ਉਹਨਾਂ ਦੀ ਜੀਵਨ ਵਿੱਚ, ਉਹਨਾਂ ਦੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਦਿਲਚਸਪੀ ਲੈਂਦੇ ਸੀ। ਐਂਡ ਨਾਓ ਹਿਜ਼ ਵਰਕ ਇਨ ਫਿਜ਼ਿਕਸ ਲੈਟ ਹਿਮ ਬੈਕ ਟੂ ਹਿਜ਼ ਓਲਡ ਲਵ। ਕਹਿੰਦੇ ਹੁਣ ਉਹ ਫਿਜ਼ਿਕਸ 'ਚ ਜਿਹੜਾ ਕੰਮ ਕਰ ਰਹੇ ਸੀਗੇ ਉਹ ਦੁਬਾਰੇ ਫੇਰ ਉਹਨਾਂ ਨੂੰ ਉਹਨਾਂ ਦੇ ਪੁਰਾਣੇ ਪਿਆਰ ਦੇ ਕੋਲੇ ਲੈ ਕੇ ਆ ਗਿਆ, ਦੁਬਾਰੇ ਫੇਰ ਉਹ ਜਿਉਂਦਾ ਹੋ ਗਿਆ। He had noticed that his wireless receiver showed signs of tiredness after it had been in use for some time। ਕਹਿੰਦੇ ਉਹਨਾਂ ਨੇ ਇੱਕ ਗੱਲ ਨੋਟ ਕਰੀ ਕਿ ਜਿਹੜਾ ਉਹਨਾਂ ਦਾ ਵਾਇਰਲੈਸ ਰਿਸੀਵਰ ਹੈ ਉਹ ਵੀ ਕਹਿੰਦੇ ਕੁਛ ਕੁ ਟਾਈਮ ਬਾਅਦ, ਕੁਛ ਕੁ ਸਮੇਂ ਬਾਅਦ ਥਕਾਵਟ ਦੇ ਜਿਹੜੇ ਚਿੰਨ੍ਹ ਹੁੰਦੇ ਨੇ ਉਹ ਦਿਖਾਉਣ ਲੱਗ ਜਾਂਦਾ ਜਦੋਂ ਉਹ ਉਹਨੂੰ ਥੋੜਾ ਕੁ ਟਾਈਮ ਵਰਤ ਲੈਣ। ਮਤਲਬ ਉਹ ਥੋੜਾ ਕੁ ਟਾਈਮ ਚੱਲਣ ਤੋਂ ਬਾਅਦ ਇਹ ਦੱਸਣ ਜੇ ਲੱਗ ਜਾਂਦਾ ਵੀ ਉਹ ਥੱਕ ਗਿਆ। ਬਟ ਇਨ ਸਮ ਸਟ੍ਰੇਂਜ ਵੇ ਗॉट ਬੈਕ ਇਟਸ ਪਾਵਰ ਆਫਟਰ ਬੀਇੰਗ ਰੈਸਟਡ। ਪਰ ਉਸ ਤੋਂ ਬਾਅਦ ਜਦੋਂ ਉਹਨੂੰ ਥੋੜਾ ਟਾਈਮ ਰੈਸਟ ਮਿਲ ਜਾਂਦੀ ਸੀ ਉਹ ਦੁਬਾਰੇ ਫੇਰ ਆਪਦੀ ਸਾਰੀ ਸ਼ਕਤੀ ਹੈ ਜਿਹੜੀ ਉਹ ਹਾਸਲ ਕਰ ਲੈਂਦਾ ਸੀ, ਦੁਬਾਰੇ ਫੇਰ ਉਹੋ ਜਿਹਾ ਹੀ ਹੋ ਜਾਂਦਾ ਸੀ। Here was food for thought, the kind of thought from which great discoveries come। ਕਹਿੰਦੇ ਇਹ ਇੱਕ ਉਹਨਾਂ ਦੇ ਵਿਚਾਰ ਲਈ ਭੋਜਨ ਬਣਿਆ, ਮਤਲਬ ਇਹਦੇ ਤੋਂ ਹੀ ਉਹਨਾਂ ਦਾ ਵਿਚਾਰ ਪੈਦਾ ਹੋਇਆ, ਉਹ ਵਿਚਾਰ ਜਿਸ ਨੇ ਉਹਨਾਂ ਤੋਂ ਐਡੀ ਵੱਡੀ ਖੋਜ ਕਰਵਾਤੀ। Until the end of the Middle Ages, the world was looked on as one beautiful unity created by God। ਕਹਿੰਦੇ ਪੁਰਾਣੇ ਸਮੇਂ 'ਚ ਮੱਧ ਸਮਾਜ 'ਚ ਪੂਰੀ ਦੁਨੀਆ ਨੂੰ ਇੱਕ ਅਜਿਹੀ ਇਕਾਈ ਵਜੋਂ ਦੇਖਿਆ ਜਾਂਦਾ ਸੀ ਜਿਹੜੀ ਪਰਮਾਤਮਾ ਨੇ ਬਣਾਈ ਹੋਈ ਸੀ, ਕ੍ਰੀਏਟ ਕੀਤੀ ਹੋਈ ਸੀ। Man believed that everything in the world, from man to rocks and stones, had its place and purpose। ਆਦਮੀ ਇਹ ਵਿਸ਼ਵਾਸ ਕਰਦਾ ਸੀ ਕਿ ਹਰੇਕ ਚੀਜ਼ ਇਸ ਜਹਾਨ ਤੇ, ਚਾਹੇ ਉਹ ਆਦਮੀ ਹੋਵੇ, ਪੱਥਰ ਹੋਣ, ਉਹ ਸਾਰਿਆਂ ਦਾ ਆਪਦਾ ਆਪਦਾ ਥਾਂ ਹੈ ਤੇ ਆਪਦਾ ਆਪਦਾ ਮਕਸਦ ਹੈ। ਪਰਪਸ ਦਾ ਮਤਲਬ ਹੁੰਦਾ ਮਕਸਦ। The discoveries of Galileo and Newton changed the world picture। ਗਲੀਲੀਓ ਅਤੇ ਨਿਊਟਨ ਨੇ ਜਿਹੜੀਆਂ ਖੋਜਾਂ ਕੀਤੀਆਂ ਸੀ ਉਹਨਾਂ ਨੇ ਦੁਨੀਆ ਦਾ ਚਿੱਤਰ ਹੀ ਬਦਲ ਕੇ ਰੱਖ ਦਿੱਤਾ। Man began to study each branch of science separately with greater detail and there developed several kinds of sciences। ਕਹਿੰਦੇ ਉਸ ਤੋਂ ਬਾਅਦ ਆਦਮੀ ਨੇ ਸੋਚਣਾ ਸ਼ੁਰੂ ਕੀਤਾ ਤੇ ਉਹਨੇ ਸਾਇੰਸ ਨੂੰ ਪੂਰੀ ਡਿਟੇਲ ਦੇ ਵਿੱਚ ਜਾ ਕੇ ਵਿਸਥਾਰ ਪੂਰਵਕ ਸਮਝਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਆਦਮੀ ਸਾਇੰਸ ਨੂੰ ਹੋਰ ਡਿਟੇਲ 'ਚ, ਹੋਰ ਵਿਸਥਾਰ 'ਚ ਪੜ੍ਹਨ ਲੱਗ ਗਿਆ, ਉਹਨੂੰ ਸਮਝਣ ਲੱਗ ਗਿਆ ਤੇ ਇਸ ਦੇ ਨਾਲ ਕੀ ਹੋਇਆ ਕਿ ਸਾਇੰਸ ਦੀਆਂ ਬੜੀਆਂ ਅਲੱਗ-ਅਲੱਗ ਬ੍ਰਾਂਚਿਸ, ਅਲੱਗ-ਅਲੱਗ ਸ਼ਾਖਾਵਾਂ ਨਿਕਲ ਕੇ ਸਾਹਮਣੇ ਆ ਗਈਆਂ। Bose, however, recognized a unity among all these different branches of science। ਕਹਿੰਦੇ ਪਰ ਬੋਸ ਨੇ ਇਹ ਜਿਹੜੀਆਂ ਸਾਰੀਆਂ ਅਲੱਗ-ਅਲੱਗ ਸ਼ਾਖਾਵਾਂ ਸੀਗੀਆਂ ਸਾਇੰਸ ਦੀਆਂ, ਉਹਨਾਂ 'ਚ ਵੀ ਏਕਤਾ ਮਹਿਸੂਸ ਕੀਤੀ ਕਿ ਉਹਨਾਂ ਦੇ ਵਿੱਚ ਵੀ ਸਮਾਨਤਾ ਹੈ। He realized that there was a similarity in the behavior of lifeless and living things। ਉਹਨਾਂ ਨੂੰ ਇਹ ਗੱਲ ਦਾ ਵੀ ਅਹਿਸਾਸ ਹੋ ਗਿਆ ਕਿ ਜਿਹੜੀਆਂ ਜੀਵਤ ਵਸਤੂਆਂ ਨੇ, ਜਿਉਂਦੀਆਂ ਵਸਤੂਆਂ ਨੇ, ਉਹਨਾਂ 'ਚ ਅਤੇ ਜਿਹੜੀਆਂ 'ਚ ਜਾਨ ਨਹੀਂ ਹੈਗੀ ਉਹਨਾਂ ਵਸਤੂਆਂ 'ਚ ਵੀ ਇੱਕ ਸਮਾਨਤਾ ਹੈ। It was however not easy to convince others। ਪਰ ਕਹਿੰਦੇ ਦੂਜਿਆਂ ਨੂੰ ਇਹ ਗੱਲ ਉਹ ਸਮਝਾ ਦੇਣ, ਦੂਜਿਆਂ ਨੂੰ ਇਹ ਗੱਲ ਮਨਾ ਦੇਣ, ਇਹ ਇੰਨਾ ਸੌਖਾ ਨਹੀਂ ਸੀ। ਕਨਵਿੰਸ ਹੁੰਦਾ ਯਕੀਨ ਦਿਵਾਉਣਾ। People hold on to their old beliefs and do not like to change them। ਕਹਿੰਦੇ ਜਿਹੜੇ ਲੋਕ ਆ ਉਹ ਆਪਦੀ ਪੁਰਾਣੀ ਸੋਚ, ਪੁਰਾਣੇ ਵਿਸ਼ਵਾਸ ਨਾਲ ਹੀ ਜੁੜੇ ਹੁੰਦੇ ਆ ਤੇ ਉਹਨੂੰ ਕਦੇ ਵੀ ਬਦਲਣਾ ਨਹੀਂ ਚਾਹੁੰਦੇ। Bose suggested that the animal, vegetable and mineral kingdoms were one and had a great deal in common। ਬੋਸ ਕਹਿੰਦੇ ਜਿਹੜੇ ਸਾਰੇ ਜਾਨਵਰ ਨੇ ਤੇ ਸਾਰੀਆਂ ਸਬਜ਼ੀਆਂ ਨੇ ਤੇ ਮਿਨਰਲ ਕਿੰਗਡਮਸ, ਮਿਨਰਲ ਮਤਲਬ ਖਣਿਜ ਪਦਾਰਥ, ਤੇ ਜਿਹੜੇ ਸਾਰੇ ਖਣਿਜ ਪਦਾਰਥ ਨੇ ਉਹਨਾਂ ਦੇ ਵਿੱਚ ਬਹੁਤ ਕੁਝ
ਇੱਕੋ ਜਿਹਾ ਹੈ, ਮਤਲਬ ਉਹਨਾਂ 'ਚ ਬਹੁਤ ਸਮਾਨਤਾ ਹੈ। He said that plants and metals had a life of their own and could become tired, depressed or happy। ਉਹ ਕਹਿੰਦੇ ਜਿਹੜੇ ਸਾਰੇ ਪੌਦੇ ਨੇ, ਜਿਹੜੀਆਂ ਸਾਰੀਆਂ ਧਾਤਾਂ ਨੇ, ਭਾਵ ਮੈਟਲਸ ਨੇ, ਉਹਨਾਂ ਸਾਰਿਆਂ ਦੀ ਇੱਕ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਉਹ ਥੱਕ ਵੀ ਸਕਦੇ ਆ, ਉਦਾਸ ਵੀ, ਦੁਖੀ ਵੀ ਹੋ ਸਕਦੇ ਨੇ ਤੇ ਖੁਸ਼ ਵੀ ਹੋ ਸਕਦੇ ਨੇ। ਇਹ ਗੱਲ ਸੁਣ ਕੇ ਪੀਪਲ ਲਾਫਡ ਐਟ ਹਿਮ। ਹੁਣ ਇਹ ਗੱਲ ਸੁਣ ਕੇ ਲੋਕ ਉਹਨਾਂ ਤੇ ਹੱਸਣ ਲੱਗੇ ਵੀ ਇਹ ਕੀ ਕਹੀ ਜਾਂਦਾ। ਦੇ ਡਿਡ ਨਾਟ ਟੇਕ ਹਿਮ ਸੀਰੀਅਸਲੀ। ਉਹਨਾਂ ਨੇ ਬੋਸ ਨੂੰ ਸੀਰੀਅਸਲੀ ਨਹੀਂ ਲਿਆ, ਉਹਨਾਂ ਨੇ ਉਹਨਾਂ ਦੀ ਗੱਲ ਅਣਗੌਲਿਆਂ ਕਰਤੀ। ਹੁਣ ਉਹ ਮੰਨਣ ਵੀ ਕਿੱਥੋਂ? ਉਹ ਕਹਿੰਦੇ ਇਹ ਤਾਂ ਕਹੀ ਜਾਂਦਾ ਪੌਦੇ ਜਿਹੜੇ ਹੱਸਦੇ ਨੇ ਉਹ ਥੱਕ ਵੀ ਜਾਂਦੇ ਨੇ, ਉਹ ਦੁਖੀ ਵੀ ਹੋ ਜਾਂਦੇ ਨੇ, ਤੇ ਜਿਹੜੇ ਸਾਰੇ ਆ ਮੈਟਲਸ ਨੇ, ਧਾਤ ਨੇ, ਇਹ ਵੀ ਐਂ ਹੋ ਜਾਂਦੇ ਨੇ, ਇਹ ਕਿਵੇਂ ਹੋ ਜਾਊਗਾ? ਤੇ ਇਹ ਸੋਚ ਕੇ ਉਹਨਾਂ ਨੇ ਬੋਸ ਦਾ ਮਜ਼ਾਕ ਉਡਾਇਆ ਤੇ ਉਹਨਾਂ ਤੇ ਹੱਸੇ ਤੇ ਉਹਨਾਂ ਦੀ ਗੱਲ ਨੂੰ ਅਣਗੌਲਿਆ ਕਰਤਾ। ਬੋਸ ਨਿਊ ਹੀ ਵਾਜ਼ ਰਾਈਟ ਐਂਡ ਹੀ ਪ੍ਰੂਵਡ ਇਟ। ਕਹਿੰਦੇ ਬੋਸ ਨੂੰ ਪਤਾ ਸੀ ਵੀ ਉਹ ਠੀਕ ਨੇ ਤੇ ਉਹਨਾਂ ਨੇ ਇਹ ਸਾਬਤ ਵੀ ਕਰਤਾ। ਟੂ ਬਿਗਿਨ ਵਿਦ ਹੀ ਡਿਜ਼ਾਈਨਡ ਐਂਡ ਬਿਲਟ ਅ ਮਸ਼ੀਨ ਵਿਚ ਰਿਕਾਰਡਡ ਹਿਸ ਫਾਈਂਡਿੰਗਸ ਵਿਦ ਮੈਕਸਿਮਮ ਐਗਜ਼ੈਕਟਨੈਸ। ਕਹਿੰਦੇ ਉਹਨਾਂ ਨੇ ਇਹ ਸਾਬਤ ਕਰਨ ਵਾਸਤੇ ਇੱਕ ਅਜਿਹੀ ਮਸ਼ੀਨ ਡਿਜ਼ਾਈਨ ਕੀਤੀ, ਫਿਰ ਉਸ ਤੋਂ ਬਾਅਦ ਉਹਨੂੰ ਤਿਆਰ ਕੀਤਾ, ਬਣਾਇਆ, ਜਿਹੜੀ ਉਹਨਾਂ ਦੀ ਇਹ ਰਿਸਰਚ ਨੂੰ ਰਿਕਾਰਡ ਕਰ ਰਹੀ ਸੀ ਤੇ ਬਿਲਕੁਲ ਸਹੀ ਦੱਸ ਰਹੀ ਸੀ। ਦਿਸ ਵਾਜ਼ ਦਾ ਕ੍ਰੈਸਕੋਗ੍ਰਾਫ। ਇਹੀ ਮਸ਼ੀਨ ਨੂੰ ਕ੍ਰੈਸਕੋਗ੍ਰਾਫ ਕਹਿੰਦੇ ਸੀ। ਦ ਅਮੇਜ਼ਿੰਗ ਇੰਸਟਰੂਮੈਂਟ ਵਿਚ ਰਿਕਾਰਡਸ ਦਾ ਗਰੋਥ ਆਫ ਪਲਾਂਟਸ। ਕਹਿੰਦੇ ਉਹੀ ਇੱਕ ਹੈਰਾਨੀਜਨਕ ਮਸ਼ੀਨ, ਹੈਰਾਨੀਜਨਕ ਯੰਤਰ ਜਿਹੜਾ ਪਲਾਂਟਸ, ਪੌਦਿਆਂ ਦਾ ਵਾਧਾ ਗਾ ਉਹਨੂੰ ਰਿਕਾਰਡ ਕਰਦਾ ਸੀ, ਉਹਨੂੰ ਦਿਖਾਉਂਦਾ ਸੀ। ਇਟ ਮੈਗਨੀਫਾਈਜ਼ ਦਾ ਮੂਵਮੈਂਟ ਆਫ ਪਲਾਂਟ ਟਿਸ਼ੂਜ਼ 10,000 ਟਾਈਮਸ। ਕਹਿੰਦੇ ਇਹ ਮੈਗਨੀਫਾਈ ਮਤਲਬ ਹੁੰਦਾ ਜ਼ੂਮ ਕਰਨਾ। ਆਪਾਂ ਫੋਨ 'ਚ ਸਾਰੇ ਜਦੋਂ ਫੋਟੋ ਖਿੱਚਦੇ ਹਾਂ ਜ਼ੂਮ ਕਰਦੇ ਹਾਂ ਨਾ, ਜ਼ੂਮ ਕਰਕੇ ਦੇਖਦੇ ਹੁੰਦੇ ਉਹ ਚੀਜ਼ ਸਾਡੇ ਨੇੜੇ ਆ ਜਾਂਦੀ ਆ, ਉਹੀ ਮਤਲਬ ਹੁੰਦਾ ਮੈਗਨੀਫਾਈ ਦਾ। ਉਹ ਕਹਿੰਦੇ ਜਿਹੜਾ ਇਹ ਯੰਤਰ ਸੀਗਾ, ਕਹਿੰਦੇ ਉਹ ਪੌਦਿਆਂ ਦੇ ਜਿਹੜੇ ਟਿਸ਼ੂ ਹੁੰਦੇ ਆ ਉਹਨਾਂ ਦੀ ਹਲਚਲ ਨੂੰ 10,000 ਗੁਣਾ ਜ਼ੂਮ ਕਰਕੇ ਦਿਖਾ ਦਿੰਦਾ ਸੀ ਵੀ ਉਹ ਦੇਖੋ ਹਲਚਲ ਹੋਈ ਜਾਂਦੀ ਆ। ਐਂਡ ਕੈਨ ਰਿਕਾਰਡ ਦਾ ਰਿਐਕਸ਼ਨ ਆਫ ਪਲਾਂਟਸ ਟੂ ਮੈਨਿਓਰ, ਨੋਇਜ਼ ਐਂਡ ਅਦਰ ਸਟੀਮੂਲਾਈ। ਹੁਣ ਉਹ ਕਹਿੰਦੇ ਇਹ ਯੰਤਰ ਜਿਹੜਾ ਪੌਦਿਆਂ ਦੀ ਪ੍ਰਤੀਕਿਰਿਆ ਸੀਗੀ ਉਹਨੂੰ ਰਿਕਾਰਡ ਕਰ ਲੈਂਦਾ ਸੀ। ਉਹ ਪ੍ਰਤੀਕਿਰਿਆ ਕਾਹਦੇ ਪ੍ਰਤੀ? ਮਨਿਓਰ ਮਤਲਬ ਹੁੰਦਾ ਖਾਦ, ਜਿਹੜੀ ਆਪਣੀ ਰੇਹ ਕਹਿੰਦੇ ਹੁੰਦੇ ਆ ਜਿਹਨੂੰ ਆਪਾਂ। ਨੋਇਜ਼ ਮਤਲਬ ਹੁੰਦਾ ਸ਼ੋਰ ਸ਼ਰਾਬਾ। ਐਂਡ ਅਦਰ ਸਟੀਮੂਲਾਈ, ਅਤੇ ਹੋਰ ਅਜਿਹੀਆਂ ਚੀਜ਼ਾਂ ਜਿਹੜੀਆਂ ਪੌਦਿਆਂ 'ਚ ਉਤੇਜਨਾ ਪੈਦਾ ਕਰਦੀਆਂ ਨੇ ਤੇ ਉਹਨਾਂ ਸਾਰਿਆਂ ਦੇ ਪ੍ਰਤੀ ਪੌਦੇ ਜਦੋਂ ਕੋਈ ਵੀ ਪ੍ਰਤੀਕਿਰਿਆ ਕਰਦੇ ਨੇ, ਇਹ ਪ੍ਰਤੀਕਿਰਿਆ ਨੂੰ ਉਹਨਾਂ ਦਾ ਯੰਤਰ ਰਿਕਾਰਡ ਕਰ ਸਕਦਾ ਸੀ। ਦ ਕ੍ਰੈਸਕੋਗ੍ਰਾਫ ਪ੍ਰੂਵਡ ਦੈਟ ਦ ਬੋਸ ਹੈਡ ਨਾਟ ਬੀਨ ਰੋਂਗ। ਕਹਿੰਦੇ ਕ੍ਰੈਸਕੋਗ੍ਰਾਫ ਨੇ ਇਹ ਸਾਬਤ ਕਰਤਾ ਕਿ ਬੋਸ ਗਲਤ ਨਹੀਂ ਸੀਗੇ। ਇਟ ਸ਼ੋਡ ਦੈਟ ਪਲਾਂਟਸ ਹੈਵ ਹਾਰਟਸ ਐਂਡ ਆਰ ਕੈਪੇਬਲ ਆਫ ਫੀਲਿੰਗ। ਉਹ ਯੰਤਰ ਨੇ ਇਹ ਵੀ ਦਿਖਾਤਾ ਕਿ ਪੌਦਿਆਂ ਦੇ ਦਿਲ ਵੀ ਹੁੰਦਾ, ਉਹ ਵੀ ਚੀਜ਼ਾਂ ਨੂੰ ਫੀਲ ਕਰ ਸਕਦੇ ਨੇ, ਉਹਨਾਂ 'ਚ ਵੀ ਭਾਵਨਾਵਾਂ ਹੁੰਦੀਆਂ ਨੇ। ਦ ਕ੍ਰੈਸਕੋਗ੍ਰਾਫ ਇੰਡੀਕੇਟਡ ਦੈਟ ਪਲਾਂਟਸ ਹੈਵ ਅ ਕੀਨ ਸਾਈਟ ਐਂਡ ਰਿਐਕਟ ਟੂ ਰੇਜ਼ ਆਫ ਲਾਈਟ ਐਂਡ ਵਾਇਰਲੈਸ ਵੇਵਸ। ਉਹ ਯੰਤਰ ਨੇ ਇਹ ਵੀ ਦਿਖਾਤਾ ਕਿ ਜਿਹੜੇ ਪੌਦੇ ਹੁੰਦੇ ਨੇ ਉਹਨਾਂ ਦੀ ਨਜ਼ਰ ਵੀ ਹੁੰਦੀ ਆ, ਉਹ ਦੇਖ ਵੀ ਸਕਦੇ ਨੇ ਤੇ ਉਹ ਜਿਹੜੀਆਂ ਰੌਸ਼ਨੀ ਦੀਆਂ ਕਿਰਨਾਂ ਨੇ ਤੇ ਜਿਹੜੀਆਂ ਹਵਾ 'ਚ ਤਰੰਗਾਂ ਹੁੰਦੀਆਂ ਨੇ, ਹਵਾ 'ਚ ਲਹਿਰਾਂ ਹੁੰਦੀਆਂ ਨੇ, ਉਹਨਾਂ ਲਈ ਵੀ ਪ੍ਰਤੀਕਿਰਿਆ ਕਰਦੇ ਨੇ, ਰਿਐਕਟ ਕਰਦੇ ਨੇ। ਦ ਮਸ਼ੀਨ ਪ੍ਰੂਵਡ ਦੈਟ ਪਲਾਂਟਸ ਹੈਵ ਅ ਸਪੈਸ਼ਲ ਸੈਂਸ ਵਿਚ ਟੈਲਸ ਦੈਮ ਆਫ ਦਾ ਅਪਰੋਚ ਆਫ ਅ ਸਟ੍ਰੇਂਜਰ। ਤੇ ਇਹ ਮਸ਼ੀਨ ਨੇ ਇਹ ਵੀ ਸਾਬਤ ਕਰਤਾ ਕਿ ਪੌਦਿਆਂ 'ਚ ਇੱਕ ਖਾਸ ਕਿਸਮ ਦੀ ਭਾਵਨਾ ਹੁੰਦੀ ਆ, ਇੱਕ ਖਾਸ ਕਿਸਮ ਦੀ ਸਮਰੱਥਾ ਹੁੰਦੀ ਆ ਜਿਹੜੀ ਉਹਨਾਂ ਨੂੰ ਇਹ ਦੱਸ ਦਿੰਦੀ ਆ ਕਿ ਉਹਨਾਂ ਦੇ ਕੋਲੇ ਕੋਈ ਅਜਨਬੀ ਆ ਰਿਹਾ ਹੈ, ਉਹਨਾਂ ਦੇ ਵੱਲ ਕੋਈ ਆ ਰਿਹਾ ਹੈ। The story of this great scientist will not be complete without some mention of his concern for India and her people। ਕਹਿੰਦੇ ਇਸ ਮਹਾਨ ਵਿਗਿਆਨੀ ਦੀ ਕਹਾਣੀ ਇੱਕ ਗੱਲ ਤੋਂ ਬਿਨਾਂ ਪੂਰੀ ਨਹੀਂ ਹੋ ਸਕਦੀ। ਕਿਹੜੀ ਗੱਲ ਦੱਸੇ ਬਿਨਾਂ ਨਹੀਂ ਪੂਰੀ ਹੋ ਸਕਦੀ? ਉਹ ਹੈ his concern for India। ਕੰਸਰਨ ਮਤਲਬ ਹੁੰਦਾ ਚਿੰਤਾ, ਫਿਕਰ ਕਰਨੀ, ਮਤਲਬ ਉਹਨਾਂ ਨੂੰ ਭਾਰਤ ਦੇਸ਼ ਬਾਰੇ ਤੇ ਜਿਹੜੇ ਭਾਰਤ 'ਚ ਸਾਰੇ ਲੋਕ ਨੇ ਉਹਨਾਂ ਦੀ ਵੀ ਬੜੀ ਫਿਕਰ ਸੀ, ਉਹਨਾਂ ਬਾਰੇ ਉਹ ਬਹੁਤ ਸੋਚਦੇ ਸੀ।
he had a deep faith in the intelligence of his countrymen। ਫੇਥ ਮਤਲਬ ਵਿਸ਼ਵਾਸ, ਭਰੋਸਾ। ਉਹਨਾਂ ਨੂੰ ਆਪਣੇ ਦੇਸ਼ ਦੇ ਵਾਸੀ ਨੇ ਜਿਹੜੇ, ਆਪਣੇ ਦੇਸ਼ ਦੇ ਲੋਕ ਨੇ ਜਿਹੜੇ, ਉਹਨਾਂ ਦੀ ਇੰਟੈਲੀਜੈਂਸ ਭਾਵ ਉਹਨਾਂ ਦੀ ਹੁਸ਼ਿਆਰੀ ਤੇ ਬਹੁਤ ਜ਼ਿਆਦਾ ਭਰੋਸਾ ਸੀ, ਵਿਸ਼ਵਾਸ ਸੀ। ਬੋਸ was certain that they were as capable of doing great things today as their ancestors had done in the past। ancestors ਮਤਲਬ ਹੁੰਦਾ ਪੜਦਾਦੇ ਜਾਂ ਉਹ ਤੋਂ ਵੀ ਪਹਿਲਾਂ ਵਾਲੇ ਸਾਡੀ ਪੀੜ੍ਹੀ ਦੇ ਲੋਕ, ਜਿਨ੍ਹਾਂ ਨੂੰ ਅਸੀਂ ਸਾਡੇ ਪੁਰਖੇ ਵੀ ਕਹਿ ਦਿੰਦੇ ਹਾਂ। ਹੁਣ ਕਹਿੰਦੇ ਬੋਸ ਨੂੰ ਇਹ ਪੂਰਾ ਭਰੋਸਾ ਸੀ ਕਿ ਹੁਣ ਵਾਲੇ ਲੋਕ ਵੀ ਉਨੇ ਹੀ ਸਮਰੱਥ ਨੇ ਮਹਾਨ ਮਹਾਨ ਕੰਮ ਕਰਨ ਦੇ ਜਿੰਨੇ ਸਾਡੇ ਪੁਰਖੇ ਸਮਰੱਥ ਸੀ। In an address at a convocation of the University of Mysore in November 1927, ਕਹਿੰਦੇ ਇੱਕ ਵਾਰੀ ਜਦੋਂ ਉਹ ਨਵੰਬਰ 1927 ਚ ਮਸੂਰ ਯੂਨੀਵਰਸਿਟੀ ਚ ਭਾਸ਼ਣ ਦੇ ਰਹੇ ਸੀ, ਇਕੱਠ ਨੂੰ ਸੰਬੋਧਨ ਕਰ ਰਹੇ ਸੀ, ਸਰ ਜਗਦੀਸ਼ ਚੰਦਰ ਬੋਸ spoke about India's glory in the past and declared that it was action and not idleness that was responsible for that glory। ਤਾਂ ਉਹਨਾਂ ਨੇ ਇੱਕ ਗੱਲ ਕਹੀ ਕਿ ਪੁਰਾਣੇ ਸਮੇਂ 'ਚ ਭਾਰਤ ਦੀ ਮਹਿਮਾ ਤਾਂ ਸੀ ਜਾਂ ਭਾਰਤ ਦੀ ਮਹਿਮਾ ਦਾ ਕਾਰਨ ਸੀਗਾ ਐਕਸ਼ਨ, ਨਾਟ ਆਈਡਲਨੈਸ। ਆਈਡਲਨੈਸ ਮਤਲਬ ਹੁੰਦਾ ਵਿਹਲਾਪਣ, ਐਕਸ਼ਨ ਮਤਲਬ ਹੁੰਦਾ ਕੁਛ ਕਰਨਾ। ਕਹਿੰਦੇ ਭਾਰਤ ਦੀ ਮਹਿਮਾ ਦਾ ਕਾਰਨ ਇਹੀ ਸੀ ਕਿ ਲੋਕ ਕੁਛ ਨਾ ਕੁਛ ਕਰਦੇ ਰਹਿੰਦੇ ਸੀ, ਲੋਕ ਹਰਕਤ 'ਚ ਹੁੰਦੇ ਸੀ, ਲੋਕਾਂ 'ਚ ਵਿਹਲਾਪਣ ਨਹੀਂ ਸੀ। ਇਹੀ ਕਾਰਨ ਸੀਗਾ ਭਾਰਤ ਦੀ ਸ਼ਾਨ ਦਾ, ਤਾਂ ਕਰਕੇ ਹੀ ਭਾਰਤ ਦੀ ਮਹਿਮਾ ਪੂਰੀ ਦੁਨੀਆ ਵਿੱਚ ਸੀ। He believed that there would be no happiness for a single person unless it had been won for all। ਉਹ ਇਸ ਗੱਲ ਤੇ ਬੜਾ ਵਿਸ਼ਵਾਸ ਕਰਦੇ ਸੀ ਕਿ ਇਕੱਲੇ ਬੰਦੇ ਲਈ ਖੁਸ਼ੀ ਦਾ ਮਾਇਨਾ ਕੋਈ ਨਹੀਂ ਹੈ ਜਦੋਂ ਤੱਕ ਸਾਰੇ ਲੋਕ ਖੁਸ਼ ਨਾ ਹੋਣ ਜਾਂ ਜਦੋਂ ਤੱਕ ਸਾਰੇ ਲੋਕਾਂ ਦੀ ਜਿੱਤ ਨਾ ਹੋਵੇ। And this great scientist wanted his countrymen to have undying hope and faith in the future। ਤੇ ਇਹ ਮਹਾਨ ਵਿਗਿਆਨੀ ਚਾਹੁੰਦਾ ਸੀਗਾ ਕਿ ਮੇਰੇ ਦੇਸ਼ ਦੇ ਲੋਕ ਨੇ ਜਿਹੜੇ, ਮੇਰੇ ਦੇਸ਼ ਵਾਸੀ ਨੇ, ਕਿ ਉਹਨਾਂ 'ਚ ਭਵਿੱਖ ਵਿੱਚ ਨਾ ਖਤਮ ਹੋਣ ਵਾਲਾ ਵਿਸ਼ਵਾਸ ਹੋਵੇ, ਨਾ ਖਤਮ ਹੋਣ ਵਾਲੀ ਇੱਛਾ ਹੋਵੇ। ਮਤਲਬ ਉਹਨਾਂ ਦੀ ਜਿਹੜੀ ਇੱਛਾ ਤੇ ਉਹਨਾਂ ਦਾ ਵਿਸ਼ਵਾਸ ਆ ਭਵਿੱਖ ਦੇ ਵਿੱਚੋਂ ਕਦੇ ਵੀ ਖਤਮ ਨਾ ਹੋਵੇ। ਇਹ ਸੀ ਆਪਣਾ ਸਾਰਾ ਪਾਠ। ਆਪਾਂ ਕੱਲੀ ਕੱਲੀ ਲਾਈਨ ਦੀ ਵਿਆਖਿਆ ਵੀ ਕਰੀ ਹੈ। ਉਮੀਦ ਹੈ ਕਿ ਤੁਹਾਨੂੰ ਸਾਰਾ ਪਾਠ ਸਮਝ ਆ ਗਿਆ ਹੋਊਗਾ। ਇਹ ਪਾਠ ਕਿਸ ਬਾਰੇ ਆ ਤੇ ਇਹਦੇ ਵਿੱਚ ਕੀ ਕੀ ਦੱਸਿਆ ਹੋਇਆ ਉਹ ਵੀ ਤੁਹਾਨੂੰ ਸਾਰਾ ਪਤਾ ਲੱਗ ਗਿਆ ਹੋਊਗਾ। ਅੱਜ ਆਪਾਂ ਇਹ ਸਾਰਾ ਪੂਰਾ ਪਾਠ ਕਰ ਲਿਆ ਤੇ ਅਗਲੀ ਵੀਡੀਓ 'ਚ ਆਪਾਂ ਇਹਦੀ ਐਕਸਰਸਾਈਜ਼ ਤੇ ਪ੍ਰਸ਼ਨ ਉੱਤਰ ਕਰਾਂਗੇ।